ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ। ਸ਼ਹੀਦ ਭਗਤ ਸਿੰਘ ਜੀ ਅਸੈਂਬਲੀ ਬੰਬ ਕਾਂਡ ਸੰਨ 1927 28 ਵਿੱਚ ਮਜ਼ਦੂਰ ਜਮਾਤ ਦੀਆਂ ਵੱਡੀਆਂ ਝੁਝਾਰੂ ਹੜਤਾਲਾਂ ਨੇ ਦੇਸ਼ ਵਿਆਪੀ ਰੂਪ ਧਾਰਨ ਕਰ ਲਿਆ ਸੀ। ਦੂਸਰੇ ਦੇਸ਼ਾਂ ਦੇ ਮਜ਼ਦੂਰਾਂ ਦੁਆਰਾ ਅੰਤਰਰਾਸ਼ਟਰੀ ਮਜ਼ਦੂਰ ਭਾਈਚਾਰੇ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ। ਅੰਗਰੇਜ਼ ਸਰਕਾਰ ਵਿਰੁੱਧ ਸਰਗਰਮ ਵਿੱਚ ਜੂਝਣ ਵਾਲੇ ਭਾਰਤੀ ਮਜ਼ਦੂਰਾਂ ਨੂੰ ਇੰਗਲੈਂਡ ਦੇ ਮਜ਼ਦੂਰਾਂ ਵੱਲੋਂ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਸੀ। ਇੰਗਲੈਂਡ ਦੇ ਮਜ਼ਦੂਰ ਆਗੂਆਂ ਵੱਲੋਂ ਭਾਰਤ ਆ ਕੇ ਮਜ਼ਦੂਰ ਅੰਦੋਲਨ ਨੂੰ ਜਥੇਬੰਦ ਕਰਨ ਲਈ ਸਰਗਰਮ ਯੋਗਦਾਨ ਪਾਇਆ ਜਾ ਰਿਹਾ ਸੀ। ਦੂਜੇ ਪਾਸੇ ਰੂਸੀ ਇਨਕਲਾਬ ਤੋਂ ਪ੍ਰਭਾਵਿਤ ਹੋ ਕੇ ਮਜ਼ਦੂਰਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਸਮਾਜਵਾਦ ਦੇ ਵਿਚਾਰ ਤੇਜ਼ੀ ਨਾਲ ਫੈਲ ਰਹੇ ਸਨ। ਉਸ ਸਮੇਂ ਦੀ ਨੌਜਵਾਨ ਪੀੜ੍ਹੀ ਦੀ ਸੋਚ ਦੀ ਦਿਸ਼ਾ ਦਾ ਵਰਣਨ ਕਰਦਾ ਹੋਇਆ ਜਵਾਹਰ ਲਾਲ ਨਹਿਰੂ ਆਪਣੀ ਸਵੈ ਜੀਵਨੀ ਵਿੱਚ ਲਿਖਦਾ ਹੈ, ਬੁੱਧੀਜੀਵੀਆਂ ਇੱਥੋਂ ਤੱਕ ਕਿ ਸਰਕਾਰੀ ਅਫਸਰਾਂ ਵਿੱਚ ਵੀ ਕਮਿਊਨਿਜ਼ਮ ਅਤੇ ਸਮਾਜਵਾਦ ਦੇ ਅਸਪਸ਼ਟ ਵਿਚਾਰ ਫੈਲ ਚੁੱਕੇ ਸਨ। ਕਾਂਗਰਸ ਦੇ ਨੌਜਵਾਨ ਮਰਦ ਅਤੇ ਇਸਤਰੀਆਂ ਹੁਣ ਜਦੋਂ ਵੀ ਉਹਨਾਂ ਨੂੰ ਹਾਸਲ ਹੁੰਦੀਆਂ ਤਾਂ ਸਮਾਜਵਾਦ, ਕਮਿਊਨਿਜ਼ਮ ਅਤੇ ਰੂਸ ਉੱਤੇ ਕਿਤਾਬਾਂ ਪੜ੍ਹਦੇ। ਇਹਨਾਂ ਨਵੇਂ ਵਿਚਾਰਾਂ ਵਾਲੇ ਵੱਲ ਲੋਕਾਂ ਦਾ ਰੁਝਾਨ ਪੈਦਾ ਕਰਨ ਵਿੱਚ ਮੇਰਠ ਸਾਜ਼ਿਸ਼ ਕੇਸ ਦੇ ਕਾਫੀ ਸਹਾਇਤਾ ਪਹੁੰਚਾਈ ਸੀ। ਸੰਸਾਰ ਆਰਥਿਕ ਸੰਕਟ ਨੇ ਵੀ ਲੋਕਾਂ ਨੂੰ ਇਸ ਤਰਫ ਧਿਆਨ ਦੇਣ ਵਾਸਤੇ ਮਜਬੂਰ ਕਰ ਦਿੱਤਾ ਸੀ। ਚਾਰੇ ਪਾਸੇ ਜਿਗਿਆਸਾ ਦੀ ਇੱਕ ਨਵੀਂ ਭਾਵਨਾ ਸਪਸ਼ਟ ਦਿਖਾਈ ਦੇ ਰਹੀ ਸੀ। ਮੌਜੂਦਾ ਸੰਸਥਾਵਾਂ ਬੰਨੀ ਇੱਕ ਸਵਾਲੀਆ ਅਤੇ ਚੁਣੌਤੀ ਭਰੀ ਜਿਗਿਆਸਾ, ਉਸ ਮਾਨਸਿਕ ਤੂਫਾਨ ਦਾ ਆਮ ਰੁਖ ਸਪਸ਼ਟ ਸੀ। ਅੰਗਰੇਜ਼ ਹਕੂਮਤ ਨੂੰ ਇਸ ਤਰ੍ਹਾਂ ਦਾ ਬਣ ਰਹੀ ਹਾਲਤ ਬਾਰੇ ਬੜੀ ਚਿੰਤਾ ਹੋਈ। ਉਹਨਾਂ ਨੇ ਅੰਦੋਲਨ ਨੂੰ ਮੁੱਢ ਵਿੱਚ ਹੀ ਕੁਚਲ ਦੇਣ ਦਾ ਫੈਸਲਾ ਕਰ ਲਿਆ ਅਤੇ ਇਸ ਮੰਤਵ ਨਾਲ ਕੇਂਦਰੀ ਅਸੈਂਬਲੀ ਵਿੱਚ 2 ਬਿੱਲ ਪੇਸ਼ ਕਰਨ ਦਾ ਫੈਸਲਾ ਕਰ ਲਿਆ। ਇਹਨਾਂ ਵਿੱਚੋਂ ਇੱਕ ਬਿੱਲ ਦਾ ਨਾਮ ਸੀ ਪਬਲਿਕ ਸੇਫਟੀ ਬਿੱਲ, ਅਰਥਾਤ ਲੋਕਾਂ ਦੀ ਹਿਫਾਜ਼ਤ ਵਾਸਤੇ ਬਿੱਲ। ਇਸ ਬਿੱਲ ਦਾ ਮਤਲਬ ਇਹ ਸੀ ਕਿ ਸਮਾਜਵਾਦੀ ਵਿਚਾਰਾਂ ਦਾ ਪ੍ਰਚਾਰ ਕਰਨ ਵਾਲਾ ਕਿਸੇ ਬਾਹਰਲੇ ਦੇਸ਼ ਦਾ ਕੋਈ ਵਿਅਕਤੀ ਹਿੰਦੁਸਤਾਨ ਵਿੱਚ ਆਉਂਦਾ ਹੈ ਤਾਂ ਉਸ ਨੂੰ ਇੱਕਦਮ ਨੋਟਿਸ ਦੇ ਕੇ ਦੇਸ਼ ਵਿੱਚੋਂ ਬਾਹਰ ਕੱਢਿਆ ਜਾਇਆ ਕਰੇਗਾ। ਦੂਜਾ ਬਿੱਲ ਸੀ ਇੰਡੀਅਨ ਟ੍ਰੇਡ ਡਿਸਪਿਊਟ ਬਿੱਲ, ਅਰਥਾਤ ਹਿੰਦੁਸਤਾਨ ਮਿੱਲ ਮਾਲਕਾਂ ਅਤੇ ਮਜ਼ਦੂਰਾਂ ਵਿਚਾਲੇ ਝਗੜਿਆਂ ਬਾਰੇ ਬਿੱਲ। ਇਸ ਬਿੱਲ ਦਾ ਮਤਲਬ ਇਹ ਸੀ ਕਿ ਜਦੋਂ ਸਰਮਾਏਦਾਰ ਮਿੱਲ ਮਾਲਕਾਂ ਅਤੇ ਮਜ਼ਦੂਰਾਂ ਵਿੱਚ ਉਜਾਰਤਾ ਦੇ ਕੰਮ ਦੀਆਂ ਹਾਲਤਾਂ ਆਦਿ ਬਾਰੇ ਝਗੜਾ ਹੋਵੇ ਤਾਂ ਇਸ ਨੂੰ ਨਜਿੱਠਣ ਲਈ ਇੱਕ ਕਮੇਟੀ ਬਣਾ ਦਿੱਤੀ ਜਾਵੇ ਜਿਸ ਵਿੱਚ ਸਰਮਾਏਦਾਰ ਅਤੇ ਮਜ਼ਦੂਰਾਂ ਦੇ ਨੁਮਾਇੰਦੇ ਹੋਣ ਅਤੇ ਪ੍ਰਧਾਨ ਨਿਰਪੱਖ ਹੋਵੇ। ਝਗੜੇ ਬਾਰੇ ਇਹ ਕਮੇਟੀ ਜੋ ਫੈਸਲਾ ਕਰੇ ਉਸ ਨੂੰ ਸਾਰੇ ਪ੍ਰਵਾਨ ਕਰਨ ਅਤੇ ਕਿਸੇ ਨੂੰ ਹੜਤਾਲ ਕਰਨ ਦਾ ਹੱਕ ਨਹੀਂ ਹੋਵੇਗਾ। ਹੜਤਾਲ ਕਰਨ ਵਾਲੇ ਨੂੰ 500 ਰੁਪਏ ਜੁਰਮਾਨਾ ਜਾਂ 1 ਮਹੀਨੇ ਦੀ ਕੈਦ ਦੀ ਸਜ਼ਾ ਦਿੱਤੀ ਜਾਵੇਗੀ। ਜੇ ਕੋਈ ਸਿਆਸੀ ਮੰਤਵ ਨਾਲ ਹੜਤਾਲ ਕਰੇਗਾ ਤਾਂ ਉਸ ਨੂੰ 3 ਮਹੀਨੇ ਦੀ ਕੈਦ ਅਤੇ 500 ਰੁਪਏ ਜੁਰਮਾਨੇ ਦੀ ਸਜ਼ਾ ਹੋਵੇਗੀ। ਅਸੈਂਬਲੀ ਵਿਚਲੀ ਵਿਰੋਧੀ ਧਿਰ ਨੇ, ਜਨਤਾ ਨੇ ਅਤੇ ਪ੍ਰੈਸ ਨੇ ਦੋਹਾਂ ਬਿੱਲਾਂ ਦਾ ਡਟ ਕੇ ਵਿਰੋਧ ਕੀਤਾ। ਭਗਤ ਸਿੰਘ ਦਾ ਕਹਿਣਾ ਸੀ ਕਿ ਭਾਰਤੀ ਮਜ਼ਦੂਰ ਜਮਾਤ ਵਿੱਚ ਆਈ ਇਹ ਪਹਿਲਾਂ ਹਮੇਸ਼ਾ ਨਾਲੋਂ ਵੱਡੀ ਜਾਗ੍ਰਿਤੀ ਦੇਸ਼ ਦੇ ਰਾਜਨੀਤਿਕ ਜੀਵਨ ਵਿੱਚ ਇੱਕ ਨਵਾਂ ਮੋੜ ਹੈ। ਉੱਧਰ ਵਾਇਸਰਾਏ ਨੇ ਆਪਣੇ ਭਾਸ਼ਣ ਵਿੱਚ ਸੰਕੇਤ ਦਿੱਤਾ ਸੀ ਕਿ ਜੇ ਅਸੈਂਬਲੀ ਇਹਨਾਂ ਦੋਹਾਂ ਬਿੱਲਾਂ ਨੂੰ ਪਾਸ ਨਹੀਂ ਕਰੂਗੀ ਤਾਂ ਉਹ ਆਪਣੇ ਵਿਸ਼ੇਸ਼ ਅਧਿਕਾਰਾਂ ਨਾਲ ਆਰਡੀਨੈਂਸ ਦੀ ਸ਼ਕਲ 'ਚ ਉਹਨਾਂ ਨੂੰ ਲਾਗੂ ਕਰ ਦੇਣਗੇ। ਇਹਨਾਂ ਬਿੱਲਾਂ ਬਾਰੇ ਚੌਤਰਫੇ ਅਤੇ ਵਿਆਪਕ ਵਿਰੋਧ ਨੂੰ ਨਜ਼ਰ ਅੰਦਾਜ਼ ਕਰਕੇ ਸਰਕਾਰ ਨੇ 6 ਸਤੰਬਰ 1928 ਨੂੰ ਪਬਲਿਕ ਸੇਫਟੀ ਬਿੱਲ ਅਸੈਂਬਲੀ ਵਿੱਚ ਪੇਸ਼ ਕੀਤਾ। 24 ਸਤੰਬਰ ਨੂੰ ਅਸੈਂਬਲੀ ਨੇ ਬਿੱਲ ਨੂੰ ਨਾਮਨਜ਼ੂਰ ਕਰ ਦਿੱਤਾ। ਜਨਵਰੀ 1929 ਵਿੱਚ ਬਿੱਲ ਵਿੱਚ ਕੁਝ ਤਬਦੀਲੀਆਂ ਕਰਕੇ ਉਸ ਨੂੰ ਫਿਰ ਅਸੈਂਬਲੀ ਵਿੱਚ ਰੱਖਿਆ ਗਿਆ। ਜਿਸ ਦਿਨ ਅਖਬਾਰਾਂ ਵਿੱਚ ਇਹ ਖਬਰ ਛਪੀ ਕਿ ਸਰਕਾਰ ਨੇ ਬਿੱਲ ਨੂੰ ਅਸੈਂਬਲੀ ਵਿੱਚ ਫਿਰ ਪੇਸ਼ ਕਰਨ ਦਾ ਫੈਸਲਾ ਕਰ ਲਿਆ, ਉਸ ਸਮੇਂ ਭਗਤ ਸਿੰਘ ਆਗਰੇ ਵਿੱਚ ਸੀ। ਇਸ ਖਬਰ ਬਾਰੇ ਉਸ ਦੀ ਪ੍ਰਤੀਕਿਰਿਆ ਬਹੁਤ ਤਿੱਖੀ ਸੀ। ਉਸਨੇ ਕਿਹਾ ਕਿ ਅੰਗਰੇਜ਼ ਬਿੱਲਾਂ ਨੂੰ ਅਸੈਂਬਲੀ ਤੋਂ ਇਸ ਲਈ ਪਾਸ ਕਰਾਉਣਾ ਚਾਹੁੰਦੇ ਹਨ ਤਾਂ ਕਿ ਉਹ ਦੁਨੀਆ ਦੇ ਸਾਹਮਣੇ ਇਹ ਕਹਿ ਸਕਣ ਕਿ ਇਹ ਜ਼ਬਰ ਕਾਨੂੰਨ ਭਾਰਤੀ ਜਨਤਾ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੇ ਹੀ ਬਣਾਏ ਹਨ। ਅਜਿਹੀ ਹਾਲਤ ਵਿੱਚ ਜੇ ਇਹ ਕਾਨੂੰਨ ਲਾਗੂ ਹੋਣੇ ਹੀ ਹਨ ਤਾਂ ਵਾਇਸਰਾਏ ਦੇ ਵਿਸ਼ੇਸ਼ ਅਧਿਕਾਰਾਂ ਨਾਲ ਲਾਗੂ ਹੋਣ। ਉਹਨਾਂ ਕਿਹਾ ਸਰਕਾਰ ਬੋਲੀ ਹੋ ਗਈ ਹੈ। ਉਸ ਨੂੰ ਇਹਨਾਂ ਕਾਨੂੰਨਾਂ ਦੇ ਖਿਲਾਫ ਦੇਸ਼ ਦੀ ਹਰ ਨੁੱਕਰ ਤੋਂ ਉੱਠਣ ਵਾਲੀ ਆਵਾਜ਼ ਸੁਣ ਨਹੀਂ ਰਹੀ। ਉਸ ਦੇ ਕੰਨ ਖੋਲ੍ਹਣ ਦੀ ਜ਼ਰੂਰਤ ਹੈ।
ਉਸਨੇ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਸੱਦੀ ਅਤੇ ਉਸਦੇ ਸਾਹਮਣੇ ਇਹ ਤਜਵੀਜ਼ ਰੱਖੀ। ਪਹਿਲੀ, ਇੱਕ ਪਾਰਟੀ ਨੂੰ ਅਸੈਂਬਲੀ ਵਿੱਚ ਬੰਬ ਸੁੱਟ ਕੇ ਸਰਕਾਰ ਦੇ ਇਸ ਸਖਤ ਅਤੇ ਹੱਠੀ ਰਵੱਈਏ ਦਾ ਵਿਰੋਧ ਕਰਨਾ ਚਾਹੀਦਾ ਹੈ। ਦੂਜਾ, ਇਸ ਕੰਮ ਨੂੰ ਕਰਨ ਵਾਸਤੇ ਜੋ ਸਾਥੀ ਤਾਇਨਾਤ ਕੀਤੇ ਜਾਣ ਉਹ ਇਹ ਕਾਰਵਾਈ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਨ ਦੀ ਥਾਂ ਉੱਥੇ ਹੀ ਆਪਣੇ ਆਪ ਨੂੰ ਪੁਲਿਸ ਅੱਗੇ ਪੇਸ਼ ਕਰ ਦੇਣ ਅਤੇ ਮੁਕੱਦਮੇ ਦੌਰਾਨ ਅਦਾਲਤ ਨੂੰ ਪਾਰਟੀ ਦੇ ਉਦੇਸ਼ਾਂ ਦੇ ਪ੍ਰਚਾਰ ਵਾਸਤੇ ਇੱਕ ਮੰਚ ਦੇ ਤੌਰ 'ਤੇ ਇਸਤੇਮਾਲ ਕਰਨ। ਤੀਜਾ, ਇਸ ਫੈਸਲੇ ਨੂੰ ਲਾਗੂ ਕਰਨ ਵਾਸਤੇ ਇੱਕ ਹੋਰ ਸਾਥੀ ਦੇ ਨਾਲ ਉਸ ਨੂੰ ਖੁਦ ਜਾਣ ਦੀ ਆਗਿਆ ਦਿੱਤੀ ਜਾਵੇ। ਭਗਤ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ, ਸਗੋਂ ਸਿਰਫ ਬੋਲੀ ਸਰਕਾਰ ਦੇ ਕੰਨ ਖੋਲ੍ਹਣਾ ਸੀ। ਬੰਬ ਸੁੱਟਣ ਦਾ ਇਹ ਕੰਮ ਉਹ ਖੁਦ ਇਸ ਕਰਕੇ ਕਰਨਾ ਚਾਹੁੰਦਾ ਸੀ ਕਿ ਇਸ ਕਾਰਵਾਈ ਦੀ ਰਾਜਨੀਤਿਕ ਮਹੱਤਤਾ ਨੂੰ ਅਦਾਲਤ ਦੇ ਮੰਚ ਤੋਂ ਜਿੰਨੀ ਸਪਸ਼ਟਤਾ ਨਾਲ ਦੇਸ਼ ਸਾਹਮਣੇ ਉਹ ਖੁਦ ਰੱਖ ਸਕਦਾ ਸੀ, ਦੂਸਰਾ ਕੋਈ ਸਾਥੀ ਨਹੀਂ ਰੱਖ ਸਕੇਗਾ। ਭਗਤ ਸਿੰਘ ਦਾ ਇਹ ਜਾਇਜ਼ਾ ਸਹੀ ਵੀ ਸੀ, ਪਰ ਭਗਤ ਸਿੰਘ ਦੇ ਸਾਥੀ ਕੇਂਦਰੀ ਕਮੇਟੀ ਦੇ ਦੂਸਰੇ ਮੈਂਬਰਾਂ ਨੂੰ ਪਤਾ ਸੀ ਕਿ ਫੜੇ ਜਾਣ ਮਗਰੋਂ ਪੱਕ ਨਾਲ ਹੀ ਭਗਤ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਸ ਲਈ ਭਗਤ ਸਿੰਘ ਦੇ ਉੱਪਰਲੇ ਜਾਇਜ਼ੇ ਨਾਲ ਸਹਿਮਤ ਹੋ ਕੇ ਵੀ ਕੇਂਦਰੀ ਕਮੇਟੀ ਨੇ ਭਗਤ ਸਿੰਘ ਨੂੰ ਬੰਬ ਸੁੱਟਣ ਦੀ ਕਾਰਵਾਈ ਵਿੱਚ ਸ਼ਾਮਲ ਕਰਨ ਦਾ ਸੁਝਾਅ ਰੱਦ ਕਰ ਦਿੱਤਾ। ਕਾਫੀ ਦਲੀਲਬਾਜ਼ੀ ਤੋਂ ਬਾਅਦ ਵੀ ਜਦੋਂ ਉਹ ਕੇਂਦਰੀ ਕਮੇਟੀ ਨੂੰ ਆਪਣੀ ਗੱਲ ਨਾ ਮਨਵਾ ਸਕਿਆ ਤਾਂ ਉਸਨੇ ਬਹੁਮਤ ਸਾਹਮਣੇ ਸਿਰ ਝੁਕਾ ਦਿੱਤਾ ਅਤੇ ਕਮੇਟੀ ਨੇ ਇਸ ਐਕਸ਼ਨ ਲਈ 2 ਹੋਰ ਸਾਥੀਆਂ ਦਾ ਨਾਮ ਤੈਅ ਕਰ ਦਿੱਤੇ। ਇਸ ਫੈਸਲੇ ਤੋਂ ਤੁਰੰਤ ਬਾਅਦ ਹੀ ਸੁਖਦੇਵ ਪੰਜਾਬ ਤੋਂ ਆਗਰੇ ਆ ਗਿਆ। ਜਦੋਂ ਉਹਨੂੰ ਇਸ ਫੈਸਲੇ ਦਾ ਪਤਾ ਲੱਗਿਆ ਤਾਂ ਉਸਨੇ ਰੌਲਾ ਪਾ ਲਿਆ। ਉਸ ਦਾ ਕਹਿਣਾ ਸੀ ਕਿ ਜਿਸ ਮੰਤਵ ਨਾਲ ਅਸੀਂ ਇਹ ਕਾਰਵਾਈ ਕਰਨ ਜਾ ਰਹੇ ਹਾਂ ਉਸ ਨੂੰ ਭਗਤ ਸਿੰਘ ਤੋਂ ਬਿਨਾਂ ਹੋਰ ਕੋਈ ਇਨਕਲਾਬੀ ਸਾਥੀ ਪੂਰਾ ਨਹੀਂ ਕਰ ਸਕਦਾ। ਐਵੇਂ ਫਜ਼ੂਲ ਹੀ 2 ਜਾਣਿਆਂ ਦੀ ਕੁਰਬਾਨੀ ਦਿੱਤੀ ਜਾਵੇ ਅਤੇ ਕੰਮ ਵੀ ਨਾ ਬਣੇ। ਉਹ ਇਸ ਗੱਲ ਦੇ ਪੱਖ ਵਿੱਚ ਨਹੀਂ ਸੀ। ਉਸ ਦੀ ਮੰਗ ਉੱਤੇ ਕੇਂਦਰੀ ਕਮੇਟੀ ਦੀ ਦੁਬਾਰਾ ਮੀਟਿੰਗ ਬੁਲਾਈ ਗਈ। ਸੁਖਦੇਵ ਦੇ ਆ ਜਾਣ ਨਾਲ ਭਗਤ ਸਿੰਘ ਨੂੰ ਆਪਣੀ ਤਜਵੀਜ਼ ਪਾਸ ਕਰਾਉਣ ਖਾਤਰ ਬਲ ਮਿਲ ਗਿਆ। ਕਾਫੀ ਬਹਿਸ ਵਿਚਾਰ ਤੋਂ ਬਾਅਦ ਕੇਂਦਰੀ ਕਮੇਟੀ ਭਗਤ ਸਿੰਘ ਨੂੰ ਇਸ ਕਾਰਵਾਈ ਵਿੱਚ ਸ਼ਾਮਲ ਕਰਨ ਲਈ ਸਹਿਮਤ ਹੋ ਗਈ। ਬੰਬ ਸੁੱਟਣ ਲਈ ਵੰਕਟੇਸ਼ਵਰ ਦੱਤ BK ਦੱਤ ਨੂੰ ਭਗਤ ਸਿੰਘ ਦੇ ਨਾਲ ਭੇਜਣ ਦਾ ਫੈਸਲਾ ਹੋ ਗਿਆ। ਇਸ ਕਾਰਵਾਈ ਤੋਂ ਬਾਅਦ ਭਗਤ ਸਿੰਘ ਨੇ ਆਪਣੇ ਇਨਕਲਾਬੀ ਸਾਥੀਆਂ ਨਾਲੋਂ ਸਦਾ ਲਈ ਵਿਛੜ ਜਾਣਾ ਹੈ। ਇਸ ਖਿਆਲ ਨੇ ਕੇਂਦਰੀ ਕਮੇਟੀ ਮੈਂਬਰਾਂ ਵਿੱਚ ਉਸ ਉਦਾਸੀ ਦਾ ਇੱਕ ਮਾਹੌਲ ਪੈਦਾ ਕਰ ਦਿੱਤਾ। ਬੰਬ ਕਿੱਥੇ ਸੁੱਟੇ ਜਾਣਗੇ, ਕਿਸ ਥਾਂ 'ਤੇ ਖੜ੍ਹ ਕੇ ਸੁੱਟੇ ਜਾਣਗੇ, ਇਸ ਦਾ ਨਿਰਣੇ ਕਰਨ ਵਾਸਤੇ ਜੈਦੇਵ ਨੇ ਅਸੈਂਬਲੀ ਭਵਨ, ਜਿਸ ਨੂੰ ਹੁਣ ਲੋਕ ਸਭਾ ਭਵਨ ਆਖਿਆ ਜਾਂਦਾ ਹੈ, ਦੇ ਨਕਸ਼ੇ ਦੀ ਜਾਂਚ ਪੜਤਾਲ ਪਹਿਲਾਂ ਹੀ ਕਰ ਲਈ ਸੀ। 5-6 ਦਿਨ ਲਗਾਤਾਰ ਅਸੈਂਬਲੀ ਭਵਨ ਦੀ ਦਰਸ਼ਕ ਗੈਲਰੀ ਵਿੱਚ ਬੈਠ ਕੇ ਉਸਨੇ ਮੌਕੇ ਦੀ ਪੜਤਾਲ ਵੀ ਕਰ ਲਈ ਸੀ। ਬੰਬ ਸੁੱਟੇ ਜਾਣ ਵਾਲੇ ਦਿਨ ਤੋਂ 1 ਦਿਨ ਪਹਿਲਾਂ ਭਗਤ ਸਿੰਘ ਨੂੰ ਨਾਲ ਲਿਜਾ ਕੇ ਉਸਨੇ ਸਾਰੀ ਹਾਲਤ ਉਸ ਨੂੰ ਸਮਝਾ ਦਿੱਤੀ ਸੀ। ਦੂਸਰੇ ਦਿਨ ਉਸਨੇ ਅਸੈਂਬਲੀ ਅੰਦਰ ਬਣਨ ਲਈ ਲੋੜੀ ਦੇ 3 ਪਾਸਾਂ ਦਾ ਇੰਤਜ਼ਾਮ ਕੀਤਾ ਅਤੇ ਦੋਹਾਂ ਸਾਥੀਆਂ ਨੂੰ ਦਰਸ਼ਕ ਗੈਲਰੀ ਤੱਕ ਪਹੁੰਚਾ ਕੇ ਉਹਨਾਂ ਤੋਂ ਪਾਸ ਵਾਪਸ ਲੈ ਲਏ। ਇਹ ਪਾਸ ਇੱਕ ਕਾਂਗਰਸੀ MLA ਦੇ ਦਸਤਖਤਾਂ ਨਾਲ ਹਾਸਲ ਕੀਤੇ ਸਨ। ਇਸ ਲਈ ਬਾਹਰ ਆ ਕੇ ਜੈਦੇਵ ਨੇ ਉਹਨਾਂ ਨੂੰ ਸਾੜ ਦਿੱਤਾ। ਦੂਸਰਾ ਬਿੱਲ, ਇੰਡੀਅਨ ਟ੍ਰੇਡ ਡਿਸਪਿਊਟ ਬਿੱਲ, ਅਸੈਂਬਲੀ ਵਿੱਚ 4 ਸਤੰਬਰ 1928 ਨੂੰ ਪੇਸ਼ ਕੀਤਾ ਗਿਆ ਸੀ। ਅਸੈਂਬਲੀ ਨੇ ਉਸ ਨੂੰ ਸਿਲੈਕਟ ਕਮੇਟੀ ਕੋਲ ਭੇਜ ਦਿੱਤਾ। ਉੱਥੇ ਕੁਝ ਤਬਦੀਲੀਆਂ ਕਰਕੇ ਉਸਨੇ 2 ਅਪ੍ਰੈਲ 1929 ਨੂੰ ਬਹਿਸ ਵਾਸਤੇ ਫਿਰ ਅਸੈਂਬਲੀ ਦੇ ਸਾਹਮਣੇ ਲਿਆਂਦਾ ਗਿਆ। ਅਸੈਂਬਲੀ ਨੇ 8 ਅਪ੍ਰੈਲ ਨੂੰ 38 ਦੇ ਖਿਲਾਫ ਕੁਝ ਵੋਟਾਂ ਨਾਲ ਉਸ ਨੂੰ ਪਾਸ ਕਰ ਦਿੱਤਾ। ਅਸੈਂਬਲੀ ਦੀ ਸਪੀਕਰ ਸ਼੍ਰੀ ਵਿੱਠਲ ਭਾਈ ਪਟੇਲ ਨਤੀਜੇ ਦਾ ਐਲਾਨ ਕਰਨ ਹੀ ਵਾਲੇ ਸਨ ਕਿ ਸਰਕਾਰੀ ਧਿਰ ਨੇ ਪਿਛਲੇ ਬੈਂਚ ਵੱਲ ਜ਼ੋਰਦਾਰ ਧਮਾਕੇ ਦੀ ਆਵਾਜ਼ ਹੋਈ। ਅਸੈਂਬਲੀ ਭਵਨ ਧੂਏ ਨਾਲ ਭਰ ਗਿਆ। ਚਾਰੇ ਪਾਸੇ ਭਾਜੜ ਪੈ ਗਈ। ਜਦੋਂ ਧੂੰਆਂ ਕੁਝ ਘਟਿਆ ਤਾਂ ਦੇਖਿਆ ਗਿਆ ਕਿ ਕੁਝ ਹੀ ਸਮਾਂ ਪਹਿਲਾਂ ਜਿਹੜਾ ਭਵਨ ਅਸੈਂਬਲੀ ਮੈਂਬਰਾਂ ਅਤੇ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਉਹ ਖਾਲੀ ਪਿਆ ਸੀ। ਸਪੀਕਰ ਪਟੇਲ, ਮੋਤੀ ਲਾਲ ਨਹਿਰੂ ਅਤੇ ਸਰਕਾਰੀ ਧਿਰ ਦਾ ਆਗੂ ਸਰ ਜੇਮਸ ਕਰੀਅਰ ਹੀ ਭਵਨ ਵਿੱਚ ਰਹਿ ਗਏ ਸਨ। ਉਹ ਆਪੋ ਆਪਣੀਆਂ ਥਾਵਾਂ ਉੱਤੇ ਪੱਥਰ ਦੀਆਂ ਮੂਰਤੀਆਂ ਬਣੇ ਖੜ੍ਹੇ ਸਨ ਅਤੇ ਦਰਸ਼ਕ ਗੈਲਰੀ ਵਿੱਚ ਰਹਿ ਗਏ ਸਨ। 2 ਨੌਜਵਾਨ ਜਿਨ੍ਹਾਂ ਨੇ ਨਾਅਰਿਆਂ ਨਾਲ ਭਵਨ ਗੂੰਜ ਰਿਹਾ ਸੀ, ਮਜ਼ਦੂਰ ਜਮਾਤ ਜਿੰਦਾਬਾਦ, ਸਮਰਾਜਵਾਦ ਮੁਰਦਾਬਾਦ ਅਤੇ ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਨਾਲ ਉਹ ਅਸੈਂਬਲੀ ਭਵਨ ਵਿੱਚ ਪਰਚੇ ਸੁੱਟ ਰਹੇ ਸਨ। ਜੇ ਉਹ ਚਾਹੁੰਦੇ ਤਾਂ ਭੀੜ ਵਿੱਚ ਰਲ ਕੇ ਸੌਖ ਨਾਲ ਹੀ ਬਾਹਰ ਨਿਕਲ ਸਕਦੇ ਸੀ, ਪਰ ਉਹ ਭੱਜੇ ਨਹੀਂ। ਕੁਝ ਸਮੇਂ ਬਾਅਦ ਪੁਲਿਸ ਆਈ। ਇੱਕ ਸਰਜੈਂਟ ਨੇ ਅੱਗੇ ਵੱਧ ਕੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਅਸੈਂਬਲੀ ਭਵਨ ਇੱਕ ਵਾਰ ਫਿਰ ਨਾਅਰਿਆਂ ਨਾਲ ਗੂੰਜ ਉੱਠਿਆ, ਇਨਕਲਾਬ ਜਿੰਦਾਬਾਦ।
ਥੈਂਕ ਯੂ ਜੀ। ਅਗਲਾ ਭਾਗ ਬੰਬ ਸੁੱਟਣ ਦਾ ਸਿਆਸੀ ਮਕਸਦ।